Tinker Campus ਦੀ ਚੇਂਜ ਮੇਕਿੰਗ ਸੀਰੀਜ਼ ਵਿੱਚ ਤੁਹਾਡਾ ਸਵਾਗਤ ਹੈ। ਇਸ ਸੀਰੀਜ਼ ਵਿੱਚ ਚਿੱਠੀ ਕਰਾਂਗੇ ਸਮੱਸਿਆ ਹੱਲ, ਨਵਚਾਰ, ਉਦਯਮਤਾ ਅਤੇ ਚੇਂਜ ਮੇਕਿੰਗ ਬਾਰੇ ਜਾਣਕਾਰੀ ਮਿਲੇਗੀ। ਇਸ ਸਿਖਾਂਕਾਂ ਸਿਖਾਗਾਸਨ ਵਾਲੀ ਪੋਡਕਾਸਟ 20 ਸੀਰੀਜ਼ ਵਿੱਚ ਤੁਸੀਂ ਚੇਂਜ ਮੇਕਿੰਗ ਮਿਲੇਗੀ। ਧਿਆਨ ਬੁਨਿਆਦੀ ਗੱਲਾਂ ਸਿੱਖੋਗੇ। ਹਰ ਭਾਗ ਸ਼ੁਰੂ ਤੋਂ 20 ਮੀਟਰ ਦਾ ਹੈ ਅਤੇ ਇੱਕ ਛੋਟਾ ਚੈਲੰਜ ਵੀ ਰੱਖਦਾ ਹੈ। ਚਲੋ ਹੁਣ ਦੂਜੇ ਭਾਗ ਦੀ ਸ਼ੁਰੂਆਤ ਕਰੀਏ। ਜਿਸ ਨੂੰ ਕਲਾਸ ਖਾਤੀ ਬੈਂਗਲੁਰੂ ਦੀ ਵਿਦਿਆਰਥਣ ਅਤੇ ਚੇਂਜ ਮੇਕਰ ਹੈਨਾ ਖਾਨ ਪੈਸਾ ਕਰ ਰਹੀ ਹੈ। ਅੱਜ ਦੀ ਇਸ ਡੂੰਗੀ ਚਰਚਾ ਵਿੱਚ ਆਪਾਂ ਇੱਕ ਬਹੁਤ ਹੀ ਦਿਲਚਸਪ ਕਹਾਣੀ ਤੋਂ ਸ਼ੁਰੂਆਤ ਕਰਦੇ ਹਾਂ। ਕਲਪਨਾ ਕਰੋ ਕਿ ਕੂੜੇ ਦੇ ਇੱਕ ਡੱਬੇ ਵਿੱਚ ਕੁਝ ਟੁੱਟੇ ਹੋਏ ਪੁਰਾਣੇ ਟੈਬਲੇਟ ਜਾਂ ਕੰਪਿਊਟਰ ਪਏ ਹਨ। ਆਮ ਤੌਰ ਤੇ ਜਦੋਂ ਕੋਈ ਇਨਸਾਨ ਉੱਥੋਂ ਲੰਘੇਗਾ ਤਾਂ ਉਸ ਨੂੰ ਸਿਰਫ ਈ-ਵੇਸਟ ਯਾਨੀ ਇਲੈਕਟ੍ਰੋਨਿਕ ਕਬਾੜ ਹੀ ਨਜ਼ਰ ਆਵੇਗਾ, ਹਨਾ? ਹਾਂ, ਬਿਲਕੁਲ। ਆਮ ਤੌਰ ਤੇ ਆਪਾਂ ਉਸ ਨੂੰ ਕੂੜਾ ਹੀ ਸਮਝਦੇ ਹਾਂ। ਸਹੀ ਗੱਲ ਹੈ। ਪਰ ਕੀ ਇਹ ਸੰਭਵ ਹੈ ਕਿ ਉਹ ਕੂੜੇ ਵਿੱਚ ਪਿਆ ਕਬਾੜ ਅਸਲ ਵਿੱਚ ਕਿਸੇ ਪੂਰੇ ਪਿੰਡ ਜਾਂ ਭਾਈਚਾਰੇ ਲਈ ਇੱਕ ਬਹੁਤ ਵੱਡੇ ਬਦਲਾਵ ਦੀ ਨੀਂਹ ਬਣ ਸਕੇ? ਇਹ ਸੁਣਨ ਵਿੱਚ ਕਿਸੇ ਫਿਲਮ ਦੀ ਕਹਾਣੀ ਲੱਗਦੀ ਹੈ, ਪਰ ਇਹ ਅਸਲੀਅਤ ਹੈ। ਅੱਛਾ, ਮਤਲਬ ਇਹ ਸੱਚੀ ਘਟਨਾ ਹੈ? ਹਾਂ, ਬਿਲਕੁਲ। ਅਤੇ ਇਹੀ ਸਾਡੀ ਅੱਜ ਦੀ ਇਸ ਚਰਚਾ ਦਾ ਮੁੱਖ ਧੁਰਾ ਹੈ। ਅੱਜ ਆਪਾਂ ਟਿੰਕਰ ਚੈਂਪਸ ਚੇਂਜ ਮੇਕਿੰਗ ਸੀਰੀਜ਼ ਦੇ ਐਪੀਸੋਡ 2 ਦੇ ਨੋਟਸ ਅਤੇ ਲੇਖਾਂ ਦੀ ਪੜਚੋਲ ਕਰ ਰਹੇ ਹਾਂ। ਇਹ ਅਨੁਸ਼ਕਾ ਭਾਰਦਵਾਜ ਦੁਆਰਾ ਲਿਖਿਆ ਗਿਆ ਹੈ ਅਤੇ ਨਿਤੀਸ਼ ਗਰਗ ਨੇ ਇਸ ਨੂੰ ਸਹਿ ਲਿਖਿਆ ਹੈ। ਜਦੋਂ ਮੈਂ ਇਸ ਨੂੰ ਪੜ੍ਹ ਰਹੀ ਸੀ ਤਾਂ ਮੈਨੂੰ ਲੱਗਾ ਕਿ ਇਹ ਆਰਟੀਕਲ ਇੱਕ ਬਹੁਤ ਹੀ ਵੱਡੀ ਮਿਥ ਨੂੰ ਤੋੜਦਾ ਹੈ। ਮੈਂ ਸਮਝ ਰਿਹਾ, ਉਹ ਮਿਥ ਕੀ ਦੁਨੀਆ ਬਦਲਣ ਲਈ ਸ਼ਾਇਦ ਜਨਮ ਤੋਂ ਹੀ ਅਰਬਪਤੀ ਹੋਣਾ ਜ਼ਰੂਰੀ ਹੈ ਨਾ? ਬਿਲਕੁਲ। ਜਾਂ ਫਿਰ ਲੋਕਾਂ ਨੂੰ ਲੱਗਦਾ ਹੈ ਕਿ ਤੁਹਾਡੇ ਕੋਲ ਸਿਲੀਕਨ ਵੈਲੀ ਵਰਗੀ ਕੋਈ ਬਹੁਤ ਵੱਡੀ ਹਾਈ-ਟੈਕ ਲੈਬ ਹੋਣੀ ਚਾਹੀਦੀ ਹੈ। ਦੇਖੋ, ਇਹ ਮਿਥ ਸਾਡੇ ਸਮਾਜ ਵਿੱਚ ਇੰਨੀ ਡੂੰਘੀ ਬੈਠੀ ਹੈ ਕਿ ਜ਼ਿਆਦਾਤਰ ਲੋਕ ਕੁਝ ਨਵਾਂ ਕਰਨ ਦੀ ਕੋਸ਼ਿਸ਼ ਕਰਨ ਤੋਂ ਪਹਿਲਾਂ ਹੀ ਹਾਰ ਮੰਨ ਲੈਂਦੇ ਹਨ। ਦਹਾਕਿਆਂ ਤੋਂ ਸਾਨੂੰ ਇਹੀ ਦੱਸਿਆ ਗਿਆ ਹੈ ਕਿ ਵੱਡਾ ਬਦਲਾਅ ਲਿਆਉਣਾ, ਜਿਸ ਨੂੰ ਆਪਾਂ ਅੱਜਕੱਲ ਚੇਂਜ ਮੇਕਿੰਗ ਕਹਿੰਦੇ ਹਾਂ, ਸਿਰਫ ਕੁਝ ਚੁਣੇ ਹੋਏ ਖਾਸ ਦਿਮਾਗਾਂ ਦਾ ਕੰਮ ਹੈ। ਪਰ ਅਨੁਸ਼ਕਾ ਅਤੇ ਨਿਤੀਸ਼ ਦੀ ਇਹ ਰਿਸਰਚ ਬਿਲਕੁਲ ਵੱਖਰੀ ਤਸਵੀਰ ਪੇਸ਼ ਕਰਦੀ ਹੈ। ਹਾਂ, ਉਹ ਸਾਬਿਤ ਕਰਦੇ ਹਨ ਕਿ ਅੱਜ ਦੇ ਸਮੇਂ ਵਿੱਚ ਕਿਸੇ ਵੀ ਆਮ ਵਿਦਿਆਰਥੀ ਦੇ ਹੱਥ ਵਿੱਚ ਫੜਿਆ ਹੋਇਆ ਉਹ ਸਮਾਰਟਫੋਨ ਜਾਂ ਟੈਬਲੇਟ, ਜਿਸ ਤੇ ਆਮ ਤੌਰ ਤੇ ਸਿਰਫ ਵੀਡੀਓਜ਼ ਦੇਖੀਆਂ ਜਾਂਦੀਆਂ ਹਨ, ਅਸਲ ਵਿੱਚ ਦੁਨੀਆ ਦਾ ਸਭ ਤੋਂ ਤਾਕਤਵਰ ਟੂਲ ਹੈ। ਰੁਕਾਵਟਾਂ ਹੁਣ ਪੈਸੇ ਜਾਂ ਵੱਡੀਆਂ ਲੈਬਾਂ ਦੀਆਂ ਨਹੀਂ ਰਹੀਆਂ, ਰੁਕਾਵਟਾਂ ਹੁਣ ਸਿਰਫ ਸੋਚ ਦੀਆਂ ਹਨ। ਸੋਚਦੀਆਂ। ਜੇ ਇਹ ਗੱਲ ਹੈ ਤਾਂ ਮੇਰੇ ਦਿਮਾਗ ਵਿੱਚ ਇੱਕ ਸਵਾਲ ਆਉਂਦਾ ਹੈ। ਜੇਕਰ ਟੂਲ ਹਰ ਕਿਸੇ ਕੋਲ ਹੈ ਤਾਂ ਅਜਿਹਾ ਕਿਉਂ ਹੁੰਦਾ ਹੈ ਕਿ ਇੱਕ ਕਲਾਸ ਵਿੱਚ ਬੈਠੇ 20 ਵਿਦਿਆਰਥੀਆਂ ਵਿੱਚੋਂ ਸਿਰਫ ਇੱਕ ਵਿਦਿਆਰਥੀ ਕਿਸੇ ਸਮੱਸਿਆ ਦਾ ਹੱਲ ਲੱਭਣ ਲਈ ਅੱਗੇ ਆਉਂਦਾ ਹੈ? ਇਹ ਬਹੁਤ ਵਧੀਆ ਪੁਆਇੰਟ ਹੈ। ਬਾਕੀ 19 ਬੱਚੇ ਉਸੇ ਸਮੱਸਿਆ ਨੂੰ ਦੇਖ ਕੇ ਵੀ ਅਣਡਿੱਠ ਕਰ ਦਿੰਦੇ ਹਨ। ਉਹੀ ਨਾ, ਉਦਾਹਰਣ ਵਜੋਂ ਜਿਹੜੀ ਕਹਾਣੀ ਮੈਂ ਸ਼ੁਰੂ ਵਿੱਚ ਦੱਸੀ ਸੀ, ਉਹ ਇਹਨਾਂ ਲੇਖਾਂ ਵਿੱਚ ਹੀ ਦਰਜ ਹੈ। ਇੱਕ ਪਿੰਡੂ ਖੇਤਰ ਦਾ ਵਿਦਿਆਰਥੀ ਦੇਖਦਾ ਹੈ ਕਿ ਉਸ ਦੇ ਨਾਲ ਪੜ੍ਹਨ ਵਾਲੇ ਬੱਚਿਆਂ ਕੋਲ ਕਿਤਾਬਾਂ ਨਹੀਂ ਹਨ। ਆਮ ਸੁਭਾਅ ਇਹੀ ਹੈ ਕਿ ਉਹ ਸੋਚੇਗਾ, ਇਹ ਮੇਰਾ ਕੰਮ ਥੋੜੀ ਹੈ, ਇਹ ਤਾਂ ਸਕੂਲ ਪ੍ਰਸ਼ਾਸਨ ਦਾ ਕੰਮ ਹੈ, ਜਾਂ ਸਰਕਾਰ ਫੰਡ ਦੇਵੇਗੀ ਤਾਂ ਕਿਤਾਬਾਂ ਆਣਗੀਆਂ। ਸਹੀ ਕਿਹਾ। ਇੰਤਜ਼ਾਰ ਕਰਨਾ ਸਾਡੀ ਡਿਫਾਲਟ ਸੈਟਿੰਗ ਬਣ ਗਈ ਹੈ। ਆਪਾਂ ਸਿਸਟਮ ਤੇ ਜ਼ਿੰਮੇਵਾਰੀ ਸੁੱਟ ਕੇ ਖੁਦ ਆਰਾਮ ਨਾਲ ਬੈਠਣ ਦੇ ਆਦੀ ਹਾਂ। ਪਰ ਹੈਰਾਨੀ ਦੀ ਗੱਲ ਇਹ ਹੈ ਕਿ ਉਸ ਵਿਦਿਆਰਥੀ ਨੇ ਇੰਤਜ਼ਾਰ ਨਹੀਂ ਕੀਤਾ। ਉਸਨੇ ਉਸ ਕੂੜੇ ਵਿੱਚੋਂ ਪੁਰਾਣੇ ਡਿਵਾਈਸ ਕੱਢੇ, ਉਹਨਾਂ ਦੀ ਮੁਰੰਮਤ ਕੀਤੀ ਅਤੇ ਇੰਟਰਨੈਟ ਤੋਂ ਮੁਫਤ ਵਿਦਿਅਕ ਸਮੱਗਰੀ ਜਿਵੇਂ PDF ਕਿਤਾਬਾਂ ਡਾਊਨਲੋਡ ਕਰਕੇ ਉਹਨਾਂ ਵਿੱਚ ਪਾ ਦਿੱਤੀਆਂ। ਵਾਹ, ਇਹ ਤਾਂ ਬਹੁਤ ਕਮਾਲ ਦਾ ਕੰਮ ਹੈ। ਹਾਂ, ਕੁਝ ਹੀ ਦਿਨਾਂ ਵਿੱਚ ਉਸਨੇ ਆਪਣੇ ਸਹਿਪਾਠੀਆਂ ਲਈ ਇੱਕ ਪੂਰੀ ਡਿਜੀਟਲ ਲਾਇਬ੍ਰੇਰੀ ਖੜੀ ਕਰ ਦਿੱਤੀ, ਜ਼ੀਰੋ ਬਜਟ ਅਤੇ ਜ਼ੀਰੋ ਸਰਕਾਰੀ ਮਦਦ ਨਾਲ। ਮੈਂ ਬਸ ਇਹ ਸੋਚ ਰਹੀ ਸੀ ਕਿ ਇਹੋ ਜਿਹੀ ਸੋਚ ਆਂਦੀ ਕਿੱਥੋਂ ਹੈ? ਇਸ ਸੋਚ ਦੀ ਜੜ ਨੂੰ ਸਮਝਣ ਲਈ ਲੇਖਕਾਂ ਨੇ ਇੱਕ ਚੇਂਜ ਮੇਕਰ ਦੇ ਅੰਦਰਲੇ ਢਾਂਚੇ ਨੂੰ 5 ਮੁੱਖ ਗੁਣਾਂ ਵਿੱਚ ਵੰਡਿਆ ਹੈ। ਮੈਂ ਦੱਸਦਾ, ਉਹ ਗੁਣ ਹਨ ਹਮਦਰਦੀ, ਦ੍ਰਿਸ਼ਟੀ, ਰਚਨਾਤਮਕਤਾ, ਸਹਿਯੋਗ ਅਤੇ ਲਚਕੀਲਾਪਣ। ਅੱਛਾ, ਇਹ 5 ਗੁਣ? ਹਾਂ, ਪਰ ਇਨ੍ਹਾਂ 5 ਵਿੱਚੋਂ ਜੋ ਨੀਂਹ ਦਾ ਪੱਥਰ ਹੈ, ਜਿਸ ਤੋਂ ਬਿਨਾਂ ਬਾਕੀ ਚਾਰੋਂ ਗੁਣ ਕੰਮ ਨਹੀਂ ਕਰ ਸਕਦੇ, ਉਹ ਹੈ ਹਮਦਰਦੀ ਯਾਨੀ ਐਮਪੈਥੀ। ਮੈਨੂੰ ਇੱਥੇ ਥੋੜਾ ਰੋਕਣਾ ਪਵੇਗਾ। ਮੈਂ ਸਮਝਦੀ ਹਾਂ ਕਿ ਹਮਦਰਦੀ ਯਾਨੀ ਕਿਸੇ ਦੂਜੇ ਦੇ ਦਰਦ ਨੂੰ ਮਹਿਸੂਸ ਕਰਨਾ ਇੱਕ ਬਹੁਤ ਚੰਗਾ ਇਨਸਾਨੀ ਗੁਣ ਹੈ, ਪਰ ਲੇਖਕਾਂ ਨੇ ਇਸ ਨੂੰ ਇੰਜੀਨੀਅਰਿੰਗ ਜਾਂ ਕੋਡਿੰਗ ਵਰਗੇ ਠੋਸ ਤਕਨੀਕੀ ਹੁਨਰਾਂ ਤੋਂ ਵੀ ਉੱਪਰ ਕਿਉਂ ਰੱਖਿਆ ਹੈ? ਇਹ ਆਮ ਤੌਰ ਤੇ ਲੋਕਾਂ ਨੂੰ ਹੈਰਾਨ ਕਰਦਾ ਹੈ। ਕਰਦਾ ਹੀ ਹੈ ਨਾ। ਮੇਰਾ ਮਤਲਬ, ਜੇ ਕਿਸੇ ਨੇ ਕੋਈ ਮੋਬਾਈਲ ਐਪ ਬਣਾਉਣੀ ਹੈ ਤਾਂ ਉਸ ਨੂੰ ਪਾਈਥਨ ਜਾਂ ਜਾਵਾ ਵਰਗੀ ਕੋਡਿੰਗ ਭਾਸ਼ਾ ਆਉਣੀ ਚਾਹੀਦੀ ਹੈ। ਸਿਰਫ ਲੋਕਾਂ ਦੀਆਂ ਭਾਵਨਾਵਾਂ ਬਾਰੇ ਸੋਚਣ ਨਾਲ ਤਾਂ ਕੋਡ ਨਹੀਂ ਲਿਖਿਆ ਜਾਵੇਗਾ ਨਾ। ਇਹ ਬਹੁਤ ਵਾਜਿਬ ਸਵਾਲ ਹੈ। ਤਕਨੀਕੀ ਹੁਨਰ ਬਿਲਕੁਲ ਜ਼ਰੂਰੀ ਹਨ, ਪਰ ਆਪਾਂ ਇਸ ਨੂੰ ਇੱਕ ਵੱਖਰੇ ਨਜ਼ਰੀਏ ਤੋਂ ਦੇਖਦੇ ਹਾਂ। ਹਮਦਰਦੀ ਨੂੰ ਇੱਕ ਟਾਰਗੇਟਿੰਗ ਸਿਸਟਮ ਵਾਂਗ ਸਮਝੋ। ਟਾਰਗੇਟਿੰਗ ਸਿਸਟਮ? ਹਾਂ, ਦੇਖੋ, ਵਪਾਰਿਕ ਦੁਨੀਆ ਵਿੱਚ ਅਜਿਹੀਆਂ ਅਣਗਿਣਤ ਉਦਾਹਰਨਾਂ ਹਨ ਜਿੱਥੇ ਬਹੁਤ ਹੀ ਹੁਸ਼ਿਆਰ ਇੰਜੀਨੀਅਰਾਂ ਦੀਆਂ ਟੀਮਾਂ, ਜਿਨ੍ਹਾਂ ਨੂੰ ਦੁਨੀਆ ਦੀ ਸਭ ਤੋਂ ਵਧੀਆ ਕੋਡਿੰਗ ਆਉਂਦੀ ਸੀ, ਉਹਨਾਂ ਨੇ ਕਰੋੜਾਂ ਰੁਪਏ ਲਗਾ ਕੇ ਐਪਸ ਬਣਾਈਆਂ। ਐਪ ਦੀ ਸਪੀਡ ਬਹੁਤ ਤੇਜ਼ ਸੀ, ਡਿਜ਼ਾਈਨ ਬਹੁਤ ਸੋਹਣਾ ਸੀ, ਪਰ ਜਦੋਂ ਐਪ ਲਾਂਚ ਹੋਈ ਤਾਂ ਕਿਸੇ ਨੇ ਉਸ ਨੂੰ ਡਾਊਨਲੋਡ ਹੀ ਨਹੀਂ ਕੀਤਾ। ਸੱਚੀ? ਅਜਿਹਾ ਕਿਉਂ? ਕੀ ਉਸ ਦੀ ਮਾਰਕੀਟਿੰਗ ਵਿੱਚ ਕੋਈ ਕਮੀ ਸੀ? ਨਹੀਂ, ਕਮੀ ਮਾਰਕੀਟਿੰਗ ਵਿੱਚ ਨਹੀਂ, ਸਗੋਂ ਲੋੜ ਦੀ ਪਹਿਚਾਣ ਵਿੱਚ ਸੀ। ਉਹਨਾਂ ਨੇ ਕਦੇ ਇਹ ਨਹੀਂ ਸੋਚਿਆ ਕਿ ਕੀ ਲੋਕਾਂ ਨੂੰ ਅਸਲ ਵਿੱਚ ਇਸ ਹੱਲ ਦੀ ਜ਼ਰੂਰਤ ਹੈ ਵੀ ਜਾਂ ਨਹੀਂ। ਉਹਨਾਂ ਨੇ ਆਪਣੇ ਆਪ ਨੂੰ ਉਪਭੋਗਤਾ ਦੀ ਜਗ੍ਹਾ ਤੇ ਰੱਖ ਕੇ ਨਹੀਂ ਦੇਖਿਆ। ਓਹ, ਮਤਲਬ ਉਹਨਾਂ ਨੇ ਲੋਕਾਂ ਦੀ ਤਕਲੀਫ ਨਹੀਂ ਸਮਝੀ। ਬਿਲਕੁਲ। ਉੱਥੇ ਕੋਡਿੰਗ ਬਹੁਤ ਉੱਚ ਪੱਧਰ ਦੀ ਸੀ, ਪਰ ਹਮਦਰਦੀ ਜ਼ੀਰੋ ਸੀ। ਇਸ ਲਈ ਬਿਨਾਂ ਹਮਦਰਦੀ ਦੇ ਲਿਖਿਆ ਗਿਆ ਸਭ ਤੋਂ ਵਧੀਆ ਕੋਡ ਵੀ ਬੇਕਾਰ ਹੋ ਜਾਂਦਾ ਹੈ। ਜਦੋਂ ਤੁਸੀਂ ਹਮਦਰਦੀ ਨਾਲ ਸ਼ੁਰੂਆਤ ਕਰਦੇ ਹੋ ਤਾਂ ਇਹ ਯਕੀਨੀ ਬਣਦਾ ਹੈ ਕਿ ਤੁਹਾਡੀ ਤਕਨੀਕ ਸਹੀ ਨਿਸ਼ਾਨੇ ਤੇ ਲੱਗ ਰਹੀ ਹੈ ਅਤੇ ਕਿਸੇ ਦੀ ਅਸਲ ਤਕਲੀਫ ਨੂੰ ਦੂਰ ਕਰ ਰਹੀ ਹੈ। ਅੱਛਾ, ਹੁਣ ਮੈਂ ਸਮਝੀ। ਮਤਲਬ ਕਿ ਕੋਡਿੰਗ ਕਾਰ ਦੇ ਇੰਜਨ ਵਾਂਗ ਹੈ, ਪਰ ਹਮਦਰਦੀ ਸਟੀਅਰਿੰਗ ਵੀਲ ਹੈ। ਜੇ ਸਟੀਅਰਿੰਗ ਹੀ ਗਲਤ ਦਿਸ਼ਾ ਵਿੱਚ ਹੈ ਤਾਂ ਇੰਜਨ ਜਿੰਨਾ ਮਰਜ਼ੀ ਤਾਕਤਵਰ ਹੋਵੇ, ਤੁਸੀਂ ਕੰਧ ਵਿੱਚ ਹੀ ਵੱਜੋਗੇ। ਹਾਂ, ਬਹੁਤ ਵਧੀਆ ਉਦਾਹਰਣ ਦਿੱਤੀ ਤੁਸੀਂ। ਪਰ ਫਿਰ ਵੀ ਜੇ ਆਪਾਂ ਇਹਨਾਂ 5 ਗੁਣਾਂ ਨੂੰ ਇਕੱਠੇ ਦੇਖੀਏ, ਹਮਦਰਦੀ, ਦ੍ਰਿਸ਼ਟੀ, ਰਚਨਾਤਮਕਤਾ, ਸਹਿਯੋਗ ਅਤੇ ਲਚਕੀਲਾਪਨ, ਤਾਂ ਕਿਸੇ ਮਿਡਲ ਸਕੂਲ ਦੇ ਬੱਚੇ ਲਈ ਇਹ ਬਹੁਤ ਡਰਾਉਣਾ ਹੋ ਸਕਦਾ ਹੈ।
ਹਾਂ, ਸੁਣਨ ਵਿੱਚ ਥੋੜਾ ਭਾਰੀ ਲੱਗਦਾ ਹੈ। ਉਹੀ ਤਾਂ, ਇਹ ਤਾਂ ਇੰਜ ਲੱਗਦਾ ਹੈ ਜਿਵੇਂ ਅਸੀਂ ਕਿਸੇ ਛੋਟੇ ਬੱਚੇ ਨੂੰ ਕਹਿ ਰਹੇ ਹਾਂ ਕਿ ਤੈਨੂੰ ਇੱਕੋ ਸਮੇਂ ਮਹਾਨ ਦਾਰਸ਼ਨਿਕ ਅਤੇ ਸੀਨੀਅਰ ਇੰਜੀਨੀਅਰ ਬਣਨਾ ਪਵੇਗਾ। ਮੈਨੂੰ ਇਹ ਬਿਲਕੁਲ ਸਾਈਕਲ ਚਲਾਉਣ ਵਾਲੀ ਪ੍ਰਕਿਰਿਆ ਵਰਗਾ ਲੱਗਦਾ ਹੈ। ਸਾਈਕਲ ਚਲਾਉਣਾ? ਉਹ ਕਿਵੇਂ? ਦੇਖੋ, ਜੇਕਰ ਕੋਈ ਇਹ ਸੋਚੇ ਕਿ ਪਹਿਲਾਂ ਮੈਂ ਇਹਨਾਂ 5 ਗੁਣਾਂ ਵਿੱਚ ਪੂਰੀ ਤਰ੍ਹਾਂ ਮਾਹਰ ਹੋਵਾਂਗਾ ਅਤੇ ਫਿਰ ਕੋਈ ਸਮੱਸਿਆ ਹੱਲ ਕਰਾਂਗਾ, ਤਾਂ ਉਹ ਕਦੇ ਸ਼ੁਰੂ ਹੀ ਨਹੀਂ ਕਰ ਸਕਦਾ। ਇਹ ਇੰਜ ਹੈ ਜਿਵੇਂ ਸਿਰਫ ਕਿਤਾਬਾਂ ਪੜ੍ਹ ਕੇ ਸਾਈਕਲ ਚਲਾਉਣਾ ਸਿੱਖਣਾ। ਹਾਂ, ਉਹ ਤਾਂ ਅਸੰਭਵ ਹੈ। ਬਿਲਕੁਲ, ਤੁਸੀਂ ਕਿਤਾਬ ਵਿੱਚੋਂ ਗੁਰੂਤਵਾਕਰਸ਼ਣ ਅਤੇ ਸੰਤੁਲਨ ਬਣਾਉਣ ਦੇ ਸਾਰੇ ਫਿਜ਼ਿਕਸ ਦੇ ਨਿਯਮ ਰੱਟ ਸਕਦੇ ਹੋ, ਪਰ ਜਦੋਂ ਤੱਕ ਤੁਸੀਂ ਅਸਲ ਵਿੱਚ ਸਾਈਕਲ ਤੇ ਨਹੀਂ ਬੈਠਦੇ, ਪੈਡਲ ਨਹੀਂ ਮਾਰਦੇ ਅਤੇ 2-4 ਵਾਰ ਡਿੱਗ ਕੇ ਆਪਣੇ ਗੋਡੇ ਨਹੀਂ ਛਿਲਦੇ, ਤੁਹਾਨੂੰ ਸੰਤੁਲਨ ਬਣਾਉਣਾ ਕਦੇ ਨਹੀਂ ਆਵੇਗਾ। ਤੁਹਾਨੂੰ ਮੈਦਾਨ ਵਿੱਚ ਉਤਰਨਾ ਹੀ ਪੈਂਦਾ ਹੈ। ਇਹ ਉਦਾਹਰਣ ਬਿਲਕੁਲ ਢੁਕਵੀਂ ਹੈ। ਕੋਈ ਵੀ ਪਹਿਲਾਂ ਸੰਤੁਲਨ ਬਣਾ ਕੇ ਸਾਈਕਲ ਨਹੀਂ ਚਲਾਉਂਦਾ, ਸਗੋਂ ਸਾਈਕਲ ਚਲਾਉਂਦੇ ਹੋਏ ਸੰਤੁਲਨ ਬਣਾਉਣਾ ਸਿੱਖਦਾ ਹੈ। ਅਤੇ ਇੱਥੇ ਹੀ ਸਾਡੇ ਸਰੋਤਾਂ ਵਿੱਚ ਜ਼ਿਕਰ ਕੀਤੇ ਗਏ ਟਿੰਕਰਪ੍ਰੀਨਿਓਰ ਵਰਗੇ ਪ੍ਰੋਗਰਾਮਾਂ ਦੀ ਅਹਿਮੀਅਤ ਸਮਝ ਆਉਂਦੀ ਹੈ। ਟਿੰਕਰਪ੍ਰੀਨਿਓਰ, ਇਹ ਕੀ ਹੁੰਦਾ ਹੈ? ਦੇਖੋ, ਵਿਦਿਆਰਥੀ ਸਿੱਧਾ ਕਿਸੇ ਮਲਟੀਨੈਸ਼ਨਲ ਕੰਪਨੀ ਦੇ ਬੋਰਡਰੂਮ ਵਿੱਚ ਜਾ ਕੇ ਤਾਂ ਇਹਨਾਂ ਗੁਣਾਂ ਦਾ ਅਭਿਆਸ ਨਹੀਂ ਕਰ ਸਕਦੇ ਨਾ। ਉਹਨਾਂ ਨੂੰ ਇੱਕ ਸੁਰੱਖਿਅਤ ਜਗ੍ਹਾ ਚਾਹੀਦੀ ਹੈ, ਇੱਕ ਪ੍ਰੈਕਟੀਕਲ ਜਿਮ ਦੀ ਲੋੜ ਹੈ, ਅਤੇ ਇਹ ਪ੍ਰੋਗਰਾਮ ਉਸ ਜਿਮ ਦਾ ਹੀ ਕੰਮ ਕਰਦਾ ਹੈ। ਅੱਛਾ, ਤਾਂ ਇਸ ਜਿਮ ਵਿੱਚ ਬੱਚੇ ਕੀ ਕਰਦੇ ਹਨ? ਇਸ ਵਿੱਚ ਬੱਚੇ ਆਪਣੇ ਆਲੇ-ਦੁਆਲੇ ਦੀਆਂ ਸਥਾਨਿਕ ਸਮੱਸਿਆਵਾਂ ਲੱਭਦੇ ਹਨ, ਜੋ ਕਿ ਹਮਦਰਦੀ ਦੀ ਕਸਰਤ ਹੈ। ਫਿਰ ਉਹ ਤੁਰੰਤ ਕੋਡਿੰਗ ਨਹੀਂ ਸ਼ੁਰੂ ਕਰਦੇ। ਉਹ ਗੱਤੇ, ਟੇਪ, ਪਲਾਸਟਿਕ ਜਾਂ ਬਹੁਤ ਹੀ ਆਮ ਚੀਜ਼ਾਂ ਨਾਲ ਆਪਣੇ ਆਈਡੀਆ ਦਾ ਇੱਕ ਰਫ ਮਾਡਲ ਜਾਂ ਪ੍ਰੋਟੋਟਾਈਪ ਬਣਾਉਂਦੇ ਹਨ। ਇਹ ਉਹਨਾਂ ਦੀ ਰਚਨਾਤਮਕਤਾ ਹੈ। ਸਹੀ ਹੈ, ਬਿਨਾਂ ਕਿਸੇ ਵੱਡੇ ਖਰਚੇ ਦੇ। ਹਾਂ, ਫਿਰ ਜਦੋਂ ਉਹ ਉਸ ਅਜੀਬ ਜਿਹੇ ਦਿਖਣ ਵਾਲੇ ਮਾਡਲ ਨੂੰ ਮੈਂਟਰਸ ਜਾਂ ਅਧਿਆਪਕਾਂ ਸਾਹਮਣੇ ਪੇਸ਼ ਕਰਦੇ ਹਨ, ਤਾਂ ਉਹਨਾਂ ਨੂੰ ਫੀਡਬੈਕ ਮਿਲਦਾ ਹੈ। ਕਈ ਵਾਰ ਆਲੋਚਨਾ ਵੀ ਹੁੰਦੀ ਹੈ। ਉਸ ਆਲੋਚਨਾ ਨੂੰ ਸਹਿਣ ਕਰਨਾ, ਆਪਣੇ ਆਈਡੀਆ ਨੂੰ ਸੁਧਾਰਨਾ, ਇਹ ਉਹਨਾਂ ਵਿੱਚ ਲਚਕੀਲਾਪਣ ਯਾਨੀ ਰੈਜ਼ਿਲੀਅੰਸ ਪੈਦਾ ਕਰਦਾ ਹੈ। ਇਹ ਬਿਲਕੁਲ ਗੋਡੇ ਛਿਲਕੇ ਸਿੱਖਣ ਵਾਲੀ ਗੱਲ ਹੈ। ਵਾਕਈ ਇਹ ਬਹੁਤ ਜ਼ਬਰਦਸਤ ਪ੍ਰਕਿਰਿਆ ਹੈ। ਅਤੇ ਜਦੋਂ ਬੱਚੇ ਇਸ ਜਿਮ ਵਿੱਚੋਂ ਤਿਆਰ ਹੋ ਕੇ ਨਿਕਲਦੇ ਹਨ, ਤਾਂ ਤਕਨਾਲੋਜੀ ਉਹਨਾਂ ਨੂੰ ਪੂਰੀ ਦੁਨੀਆ ਨਾਲ ਜੋੜ ਦਿੰਦੀ ਹੈ। ਆਰਟੀਕਲ ਵਿੱਚ ਇੱਕ ਬਹੁਤ ਹੀ ਦਿਲਚਸਪ ਸ਼ਬਦ ਵਰਤਿਆ ਗਿਆ ਸੀ, ਖਪਤਕਾਰ ਤੋਂ ਸਿਰਜਣਹਾਰ ਤੱਕ ਦਾ ਸਫ਼ਰ। ਬਿਲਕੁਲ, ਕੰਜ਼ਿਊਮਰ ਟੂ ਕ੍ਰੀਏਟਰ ਸ਼ਿਫਟ। ਹਾਂ, ਕਿਉਂਕਿ ਸਮਾਜ ਨੇ ਸਾਨੂੰ ਸਾਰਿਆਂ ਨੂੰ ਆਦੀ ਬਣਾ ਦਿੱਤਾ ਹੈ ਕਿ ਅਸੀਂ ਤਕਨਾਲੋਜੀ ਦੇ ਸਿਰਫ ਖਪਤਕਾਰ ਰਹੀਏ। ਅਸੀਂ ਘੰਟਿਆਂ ਬੱਧੀ ਸੋਸ਼ਲ ਮੀਡੀਆ ਸਕਰੋਲ ਕਰਦੇ ਰਹਿੰਦੇ ਹਾਂ ਜਾਂ ਹੋਰਾਂ ਦੀਆਂ ਬਣਾਈਆਂ ਗੇਮਾਂ ਖੇਡਦੇ ਹਾਂ। ਸਹੀ ਗੱਲ ਹੈ, ਜ਼ਿਆਦਾਤਰ ਲੋਕ ਇਹੀ ਕਰਦੇ ਹਨ। ਪਰ ਅਸਲ ਬਦਲਾਅ ਉਦੋਂ ਆਉਂਦਾ ਹੈ ਜਦੋਂ ਦਿਮਾਗ ਦੀ ਤਾਰ ਬਦਲਦੀ ਹੈ। ਜਦੋਂ ਇੱਕ ਵਿਦਿਆਰਥੀ ਇਹ ਸੋਚਣ ਦੀ ਬਜਾਏ ਕਿ ਮੈਂ ਇਸ ਐਪ ਨੂੰ ਹੋਰ ਕਿਵੇਂ ਵਰਤਾਂ, ਇਹ ਸੋਚਣਾ ਸ਼ੁਰੂ ਕਰਦਾ ਹੈ ਕਿ ਮੈਂ ਸਮਾਜ ਦੀ ਸਮੱਸਿਆ ਹੱਲ ਕਰਨ ਵਾਲੀ ਐਪ ਕਿਵੇਂ ਬਣਾਵਾਂ। ਇਸ ਨੂੰ ਲੇਖਕ ਡਿਜੀਟਲ ਹਮਦਰਦੀ ਕਹਿੰਦੇ ਹਨ। ਹਾਂ, ਅਤੇ ਡਿਜੀਟਲ ਹਮਦਰਦੀ ਦੀ ਤਾਕਤ ਇਹ ਹੈ ਕਿ ਇਹ ਭੂਗੋਲਿਕ ਸਰਹੱਦਾਂ ਨੂੰ ਖਤਮ ਕਰ ਦਿੰਦੀ ਹੈ। ਪਹਿਲਾਂ ਜੇ ਤੁਸੀਂ ਹਮਦਰਦੀ ਦਿਖਾਉਣੀ ਹੁੰਦੀ ਸੀ ਤਾਂ ਤੁਸੀਂ ਸਿਰਫ ਆਪਣੇ ਗੁਆਂਢੀਆਂ ਦੀ ਮਦਦ ਕਰ ਸਕਦੇ ਸੀ। ਹਾਂ, ਕਿਉਂਕਿ ਪਹੁੰਚ ਸੀਮਤ ਸੀ। ਪਰ ਅੱਜ ਜੇ ਪੰਜਾਬ ਵਿੱਚ ਬੈਠਾ ਕੋਈ ਵਿਦਿਆਰਥੀ ਆਨਲਾਈਨ ਪੜ੍ਹਦਾ ਹੈ ਕਿ ਅਫਰੀਕਾ ਦੇ ਕਿਸੇ ਦੇਸ਼ ਵਿੱਚ ਬੱਚਿਆਂ ਨੂੰ ਪੀਣ ਵਾਲੇ ਸਾਫ਼ ਪਾਣੀ ਦੀ ਘਾਟ ਕਾਰਨ ਬਿਮਾਰੀਆਂ ਹੋ ਰਹੀਆਂ ਹਨ, ਤਾਂ ਉਹ ਸਿਰਫ ਖਬਰ ਪੜ੍ਹ ਕੇ ਉਦਾਸ ਨਹੀਂ ਹੁੰਦਾ। ਉਹ ਤਕਨਾਲੋਜੀ ਦੀ ਵਰਤੋਂ ਕਰਕੇ ਇੱਕ ਘੱਟ ਖਰਚੇ ਵਾਲਾ ਵਾਟਰ ਫਿਲਟਰ ਡਿਜ਼ਾਈਨ ਕਰ ਸਕਦਾ ਹੈ ਅਤੇ ਉਸ ਦਾ 3D ਪ੍ਰਿੰਟਿੰਗ ਮਾਡਲ ਇੰਟਰਨੈਟ ਤੇ ਮੁਫਤ ਸ਼ੇਅਰ ਕਰ ਸਕਦਾ ਹੈ। ਉਹ ਵਾਓ, ਜਿਸ ਨੂੰ ਅਫਰੀਕਾ ਵਿੱਚ ਕੋਈ ਵੀ ਡਾਊਨਲੋਡ ਕਰਕੇ ਬਣਾ ਸਕਦਾ ਹੈ। ਬਿਲਕੁਲ, ਇਹ ਹੈ ਅਸਲ ਡਿਜੀਟਲ ਹਮਦਰਦੀ। ਤੁਸੀਂ ਘਰ ਬੈਠੇ ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਅਸਰ ਪਾ ਸਕਦੇ ਹੋ। ਪਰ ਜਦੋਂ ਅਸੀਂ ਤਕਨਾਲੋਜੀ ਦੀ ਇੰਨੀ ਤਾਕਤ ਦੀ ਗੱਲ ਕਰਦੇ ਹਾਂ, ਤਾਂ ਮੈਨੂੰ ਲੱਗਦਾ ਹੈ ਇੱਕ ਆਮ ਡਰ ਦਾ ਜ਼ਿਕਰ ਕਰਨਾ ਵੀ ਲਾਜ਼ਮੀ ਹੈ। ਅੱਜਕੱਲ ਆਰਟੀਫੀਸ਼ੀਅਲ ਇੰਟੈਲੀਜੈਂਸ ਯਾਨੀ AI ਬਾਰੇ ਬਹੁਤ ਚਰਚਾ ਹੈ ਨਾ। ਹਾਂ, AI ਤਾਂ ਅੱਜਕੱਲ ਹਰ ਜਗ੍ਹਾ ਹੈ। ਇੱਕ ਆਮ ਡਰ ਬਣਿਆ ਹੋਇਆ ਹੈ ਕਿ AI ਇਨਸਾਨਾਂ ਦੀਆਂ ਨੌਕਰੀਆਂ ਖਾ ਜਾਵੇਗੀ ਅਤੇ ਸਾਡੀ ਰਚਨਾਤਮਕਤਾ ਨੂੰ ਖਤਮ ਕਰ ਦੇਵੇਗੀ। ਮੈਂ ਵੀ ਕਈ ਵਾਰ ਇਹ ਸੋਚ ਕੇ ਡਰ ਜਾਂਦੀ ਹਾਂ। ਇਹ ਡਰ ਆਮ ਲੋਕਾਂ ਵਿੱਚ ਬਹੁਤ ਜ਼ਿਆਦਾ ਹੈ, ਮੈਂ ਸਮਝਦਾ। ਪਰ ਜੇਕਰ ਅਸੀਂ ਲੇਖਕਾਂ ਦੇ ਨਜ਼ਰੀਏ ਨੂੰ ਦੇਖੀਏ ਤਾਂ ਉਹ AI ਨੂੰ ਇੱਕ ਦੁਸ਼ਮਣ ਵਜੋਂ ਨਹੀਂ, ਸਗੋਂ ਆਧੁਨਿਕ ਚੇਂਜ ਮੇਕਰ ਲਈ ਇੱਕ ਸੁਪਰਫਾਸਟ ਰਿਸਰਚ ਅਸਿਸਟੈਂਟ ਵਜੋਂ ਪੇਸ਼ ਕਰਦੇ ਹਨ। ਸੁਪਰਫਾਸਟ ਰਿਸਰਚ ਅਸਿਸਟੈਂਟ, ਮੈਨੂੰ ਇਹ ਥੋੜਾ ਵਿਸਤਾਰ ਵਿੱਚ ਸਮਝਾਓ, ਇਸ ਦਾ ਕੀ ਮਤਲਬ ਹੋਇਆ? ਦੇਖੋ, ਇੱਕ ਚੇਂਜ ਮੇਕਰ ਕੋਲ ਸਮੱਸਿਆ ਦਾ ਹੱਲ ਲੱਭਣ ਦਾ ਜਨੂਨ ਹੁੰਦਾ ਹੈ, ਪਰ ਉਸ ਕੋਲ ਡਾਟਾ ਪ੍ਰੋਸੈਸ ਕਰਨ ਲਈ ਸਾਲਾਂ ਦਾ ਸਮਾਂ ਨਹੀਂ ਹੁੰਦਾ। ਮੰਨ ਲਓ ਇੱਕ ਵਿਦਿਆਰਥੀ ਆਪਣੇ ਇਲਾਕੇ ਦੇ ਕਿਸਾਨਾਂ ਦੀ ਮਦਦ ਕਰਨਾ ਚਾਹੁੰਦਾ ਹੈ ਕਿਉਂਕਿ ਉਹਨਾਂ ਦੀ ਫਸਲ ਬਾਰ-ਬਾਰ ਖਰਾਬ ਹੋ ਰਹੀ ਹੈ। ਅੱਛਾ, ਠੀਕ ਹੈ। ਹੁਣ ਉਸ ਕੋਲ ਪਿਛਲੇ 20 ਸਾਲਾਂ ਦਾ ਮੌਸਮ, ਮਿੱਟੀ ਦੀ ਗੁਣਵੱਤਾ ਅਤੇ ਬਿਮਾਰੀਆਂ ਦਾ ਹਜ਼ਾਰਾਂ ਪੰਨਿਆਂ ਦਾ ਡਾਟਾ ਹੈ। ਇੱਕ ਇਨਸਾਨ ਨੂੰ ਇਸ ਡਾਟਾ ਵਿੱਚੋਂ ਕੋਈ ਪੈਟਰਨ ਲੱਭਣ ਲਈ ਮਹੀਨੇ ਲੱਗ ਜਾਣਗੇ, ਪਰ ਜੇਕਰ ਉਹ ਵਿਦਿਆਰਥੀ AI ਦੀ ਵਰਤੋਂ ਕਰਦਾ ਹੈ ਤਾਂ AI ਕੁਝ ਹੀ ਮਿੰਟਾਂ ਵਿੱਚ ਉਸ ਡਾਟਾ ਨੂੰ ਪੜ੍ਹ ਕੇ ਦੱਸ ਦੇਵੇਗੀ ਕਿ ਜਦੋਂ ਵੀ ਮਾਰਚ ਦੇ ਮਹੀਨੇ ਵਿੱਚ ਨਮੀ ਇੰਨੀ ਪ੍ਰਤੀਸ਼ਤ ਵੱਧਦੀ ਹੈ ਤਾਂ ਫਸਲ ਨੂੰ ਇੱਕ ਖਾਸ ਬਿਮਾਰੀ ਲੱਗਦੀ ਹੈ। ਓਹੋ, ਮਤਲਬ AI ਨੇ ਉਹ ਭਾਰੀ ਕੰਮ ਕਰ ਦਿੱਤਾ ਜੋ ਸ਼ਾਇਦ ਇੱਕ ਇਨਸਾਨ ਲਈ ਅਕਾਊ ਅਤੇ ਬਹੁਤ ਲੰਬਾ ਸੀ। ਹਾਂ, ਬਿਲਕੁਲ। ਤਾਂ ਜਦੋਂ AI ਇਹ ਸਾਰਾ ਡਾਟਾ ਅਤੇ ਰੂਟੀਨ ਦਾ ਕੰਮ ਸੰਭਾਲ ਲੈਂਦੀ ਹੈ ਤਾਂ ਇਸ ਨਾਲ ਚੇਂਜ ਮੇਕਰ ਨੂੰ ਕੀ ਫਾਇਦਾ ਹੁੰਦਾ ਹੈ? ਕਿ ਉਹ ਵਿਹਲਾ ਹੋ ਜਾਂਦਾ ਹੈ? ਉਹ ਵਿਹਲਾ ਨਹੀਂ ਹੁੰਦਾ, ਸਗੋਂ ਉਹ ਆਜ਼ਾਦ ਹੁੰਦਾ ਹੈ ਉਸ ਕੰਮ ਤੇ ਧਿਆਨ ਦੇਣ ਲਈ ਜੋ ਕੋਈ ਮਸ਼ੀਨ ਨਹੀਂ ਕਰ ਸਕਦੀ। ਮਤਲਬ ਇਨਸਾਨ ਬਣੇ ਰਹਿਣ ਲਈ ਉਹ ਆਪਣਾ ਸਾਰਾ ਧਿਆਨ ਹਮਦਰਦੀ ਦਿਖਾਉਣ, ਭਾਈਚਾਰੇ ਦਾ ਲੋਕਾਂ ਨੂੰ ਮਿਲਣ, ਉਹਨਾਂ ਦਾ ਵਿਸ਼ਵਾਸ ਜਿੱਤਣ ਅਤੇ ਉਹਨਾਂ ਨੂੰ ਹੱਲ ਸਮਝਾਉਣ ਤੇ ਲਗਾ ਸਕਦਾ ਹੈ। ਇਹ ਬਹੁਤ ਸੋਹਣੀ ਗੱਲ ਕਹੀ ਤੁਸੀਂ। ਹਾਂ, ਕਿਉਂਕਿ AI ਕੋਲ ਡਾਟਾ ਪ੍ਰੋਸੈਸ ਕਰਨ ਦੀ ਤਾਕਤ ਹੈ, ਪਰ ਉਸ ਕੋਲ ਕਿਸਾਨ ਦਾ ਦਰਦ ਸਮਝਣ ਵਾਲਾ ਦਿਲ ਨਹੀਂ ਹੈ। AI ਕਦੇ ਵੀ ਲੀਡਰਸ਼ਿਪ ਨਹੀਂ ਕਰ ਸਕਦੀ। ਤਕਨੀਕ ਅਤੇ ਇਨਸਾਨੀ ਹਮਦਰਦੀ ਦਾ ਇਹ ਸੁਮੇਲ ਹੀ ਭਵਿੱਖ ਹੈ। ਵਾਕਈ ਇਹ ਬਹੁਤ ਹੀ ਡੂੰਘਾ ਵਿਚਾਰ ਹੈ। ਅਤੇ ਜੇ ਆਪਾਂ ਇਸ ਸੁਮੇਲ ਦੇ ਅਸਲ ਜ਼ਿੰਦਗੀ ਵਿੱਚ ਨਤੀਜੇ ਦੇਖੀਏ ਤਾਂ ਆਰਟੀਕਲ ਵਿੱਚ ਕਈ ਵੱਡੀਆਂ ਉਦਾਹਰਨਾਂ ਦਿੱਤੀਆਂ ਗਈਆਂ ਹਨ। ਵੱਡੇ ਪੱਧਰ ਤੇ ਅਸੀਂ ਐਲਨ ਮਸਕ ਵਰਗੇ ਉਦਯੋਗਪਤੀਆਂ ਨੂੰ ਦੇਖ ਸਕਦੇ ਹਾਂ ਜਿਨ੍ਹਾਂ ਨੇ ਇਲੈਕਟ੍ਰਿਕ ਕਾਰਾਂ ਅਤੇ ਸਪੇਸ ਇੰਡਸਟਰੀ ਵਿੱਚ ਬਿਲਕੁਲ ਨਵੇਂ ਸਿਰੇ ਤੋਂ ਸੋਚਿਆ। ਹਾਂ, ਉਹਨਾਂ ਨੇ ਪੂਰੀ ਇੰਡਸਟਰੀ ਹੀ ਬਦਲ ਦਿੱਤੀ। ਜਾਂ ਫਿਰ ਨੰਦਨ ਨੀਲੇਕਣੀ ਜਿਨ੍ਹਾਂ ਨੇ ਭਾਰਤ ਵਿੱਚ ਆਧਾਰ ਕਾਰਡ ਦਾ ਸਿਸਟਮ ਬਣਾਇਆ। ਸੋਚੋ, ਉਹਨਾਂ ਲੋਕਾਂ ਬਾਰੇ ਜਿਨ੍ਹਾਂ ਕੋਲ ਕੋਈ ਪਹਿਚਾਣ ਪੱਤਰ ਨਹੀਂ ਸੀ, ਉਹ ਬੈਂਕ ਵਿੱਚ ਖਾਤਾ ਨਹੀਂ ਖੁਲਵਾ ਸਕਦੇ ਸਨ, ਸਰਕਾਰੀ ਮਦਦ ਨਹੀਂ ਲੈ ਸਕਦੇ ਸਨ। ਆਧਾਰ ਨੇ ਕਰੋੜਾਂ ਲੋਕਾਂ ਨੂੰ ਇੱਕ ਡਿਜੀਟਲ ਪਹਿਚਾਣ ਦੇ ਕੇ ਉਹਨਾਂ ਨੂੰ ਸਿਸਟਮ ਦਾ ਹਿੱਸਾ ਬਣਾਇਆ। ਇਸ ਤੋਂ ਇਲਾਵਾ ਵਪਾਰਿਕ ਖੇਤਰ ਵਿੱਚ ਫਾਲਗੁਨੀ ਨਾਇਰ ਦੀ ਉਦਾਹਰਣ ਵੀ ਹੈ। ਉਹਨਾਂ ਨੇ ਦੇਖਿਆ ਕਿ ਭਾਰਤ ਵਿੱਚ ਔਰਤਾਂ ਲਈ ਮਿਆਰੀ ਬਿਊਟੀ ਪ੍ਰੋਡਕਟਸ ਦੀ ਆਸਾਨ ਪਹੁੰਚ ਨਹੀਂ ਹੈ ਅਤੇ ਉਹਨਾਂ ਨੇ ਨਾਇਕਾ ਵਰਗਾ ਵੱਡਾ ਪਲੇਟਫਾਰਮ ਖੜਾ ਕਰ ਦਿੱਤਾ। ਸਹੀ ਗੱਲ ਹੈ, ਨਾਇਕਾ ਅੱਜ ਕਿੰਨਾ ਵੱਡਾ ਨਾਮ ਹੈ। ਅਤੇ ਰਿਤੇਸ਼ ਅਗਰਵਾਲ ਦਾ ਕੇਸ ਦੇਖੋ।
19 ਸਾਲ ਦੇ ਇੱਕ ਮੁੰਡੇ ਨੇ ਆਮ ਬਜਟ ਹੋਟਲਾਂ ਵਿੱਚ ਰਹਿ ਕੇ ਦੇਖਿਆ ਕਿ ਕਿਸੇ ਹੋਟਲ ਦੀਆਂ ਚਾਦਰਾਂ ਗੰਦੀਆਂ ਹਨ, ਕਿਤੇ ਬਾਥਰੂਮ ਖਰਾਬ ਹੈ। ਉਪਭੋਗਤਾ ਡਰਦੇ ਸਨ ਕਿ ਪਤਾ ਨਹੀਂ ਹੋਟਲ ਕਿਹੋ ਜਿਹਾ ਨਿਕਲੇਗਾ। ਉਸਨੇ ਨਵੇਂ ਹੋਟਲ ਬਣਾਉਣ ਦੀ ਬਜਾਏ ਮੌਜੂਦ ਹੋਟਲਾਂ ਨੂੰ ਹੀ ਸੁਧਾਰ ਕੇ ਉਹਨਾਂ ਦਾ ਮਿਆਰ ਇੱਕੋ ਜਿਹਾ ਕੀਤਾ ਅਤੇ ਓਯੋ ਰੂਮਸ ਦੀ ਸ਼ੁਰੂਆਤ ਕੀਤੀ। ਇਹ ਤਾਂ ਹਮਦਰਦੀ ਅਤੇ ਦ੍ਰਿਸ਼ਟੀ ਦੀ ਇੱਕ ਬਹੁਤ ਵੱਡੀ ਉਦਾਹਰਣ ਹੈ। ਅਤੇ ਜੇਕਰ ਆਪਾਂ ਸਮਾਜਿਕ ਮੁੱਦਿਆਂ ਦੀ ਗੱਲ ਕਰੀਏ ਤਾਂ ਗ੍ਰੇਟਾ ਥੁਨਬਰਗ ਵਰਗੀ ਨੌਜਵਾਨ ਕੁੜੀ ਨੇ ਸਿਰਫ ਇੱਕ ਸਮਾਰਟਫੋਨ ਦੀ ਵਰਤੋਂ ਕਰਕੇ ਜਲਵਾਯੂ ਪਰਿਵਰਤਨ ਤੇ ਪੂਰੀ ਦੁਨੀਆ ਦੇ ਨੇਤਾਵਾਂ ਨੂੰ ਸਵਾਲ ਕਰਨ ਲਈ ਮਜਬੂਰ ਕਰ ਦਿੱਤਾ। ਬਿਲਕੁਲ। ਉਂਝ ਇੱਕ ਗੱਲ ਮੈਨੂੰ ਇੱਥੇ ਸਾਫ਼ ਕਰਨੀ ਬਣਦੀ ਹੈ, ਜਦੋਂ ਅਸੀਂ ਐਲੋਨ ਮਸਕ ਜਾਂ ਗ੍ਰੇਟਾ ਥੁਨਬਰਗ ਵਰਗੇ ਨਾਵਾਂ ਦਾ ਜ਼ਿਕਰ ਕਰਦੇ ਹਾਂ ਤਾਂ ਕਈ ਵਾਰ ਲੋਕਾਂ ਦੇ ਇਹਨਾਂ ਪ੍ਰਤੀ ਵਿਚਾਰ ਬਹੁਤ ਵੱਖਰੇ ਜਾਂ ਤਿੱਖੇ ਹੁੰਦੇ ਹਨ, ਹਨਾ? ਹਾਂ, ਇਹ ਸੁਭਾਵਿਕ ਹੈ। ਹਰ ਕੋਈ ਇਹਨਾਂ ਨਾਲ ਸਹਿਮਤ ਨਹੀਂ ਹੁੰਦਾ। ਉਹੀ, ਜ਼ਰੂਰੀ ਨਹੀਂ ਕਿ ਕੋਈ ਇਹਨਾਂ ਸ਼ਖਸੀਅਤਾਂ ਦੀ ਰਾਜਨੀਤੀ, ਇਹਨਾਂ ਦੇ ਵਪਾਰਿਕ ਤਰੀਕਿਆਂ ਜਾਂ ਇਹਨਾਂ ਦੇ ਹਰ ਬਿਆਨ ਨਾਲ ਸਹਿਮਤ ਹੋਵੇ। ਅਸੀਂ ਇੱਥੇ ਕਿਸੇ ਵੀ ਰਾਜਨੀਤਿਕ ਵਿਚਾਰਧਾਰਾ ਦਾ ਪੱਖ ਨਹੀਂ ਲੈ ਰਹੇ। ਸਾਡੀ ਅੱਜ ਦੀ ਇਸ ਚਰਚਾ ਦਾ ਮਕਸਦ ਸਿਰਫ ਉਸ ਸਮੱਸਿਆ ਹੱਲ ਕਰਨ ਦੀ ਪਹੁੰਚ ਨੂੰ ਸਮਝਣਾ ਹੈ ਜਿਸ ਦੀ ਇਹਨਾਂ ਨੇ ਵਰਤੋਂ ਕੀਤੀ। ਸਹੀ ਕਿਹਾ ਤੁਸੀਂ। ਇਹਨਾਂ ਸਭ ਵਿੱਚ ਇੱਕ ਗੱਲ ਸਾਂਝੀ ਸੀ ਕਿ ਇਹਨਾਂ ਨੇ ਇੱਕ ਅਜਿਹੀ ਸਮੱਸਿਆ ਨੂੰ ਫੜਿਆ ਜਿਸ ਨੂੰ ਬਾਕੀ ਦੁਨੀਆ ਨੇ ਇਹ ਕਹਿ ਕੇ ਸਵੀਕਾਰ ਕਰ ਲਿਆ ਸੀ ਕਿ ਇਹ ਤਾਂ ਇਦਾਂ ਹੀ ਚੱਲਦਾ ਹੈ, ਅਤੇ ਫਿਰ ਉਸ ਨੂੰ ਵੱਡੇ ਪੱਧਰ ਤੇ ਹੱਲ ਕੀਤਾ। ਤੁਸੀਂ ਬਿਲਕੁਲ ਸਹੀ ਪ੍ਰਸੰਗ ਸੈੱਟ ਕੀਤਾ ਹੈ ਅਤੇ ਸੱਚਾਈ ਇਹ ਵੀ ਹੈ ਕਿ ਹਰ ਕਿਸੇ ਨੇ ਕੋਈ ਰਾਕਟ ਕੰਪਨੀ ਨਹੀਂ ਬਣਾਉਣੀ ਹੁੰਦੀ ਜਾਂ ਰਾਸ਼ਟਰੀ ਪੱਧਰ ਦਾ ਡਾਟਾਬੇਸ ਤਿਆਰ ਨਹੀਂ ਕਰਨਾ ਹੁੰਦਾ। ਅਸਲ ਵਿੱਚ ਸਰੋਤਾਂ ਵਿੱਚ ਵਿਦਿਆਰਥੀ ਪੱਧਰ ਦੀਆਂ ਜਿਹੜੀਆਂ ਛੋਟੀਆਂ ਉਦਾਹਰਣਾਂ ਹਨ ਉਹ ਮੈਨੂੰ ਕਿਤੇ ਵੱਧ ਪ੍ਰਭਾਵਸ਼ਾਲੀ ਲੱਗਦੀਆਂ ਹਨ। ਅੱਛਾ, ਕਿਉਂ ਭਲਾ? ਕਿਉਂਕਿ ਉਹ ਦੱਸਦੀਆਂ ਹਨ ਕਿ ਬਦਲਾਅ ਕਰਦੇ ਪਿਛਵਾੜੇ ਤੋਂ ਸ਼ੁਰੂ ਹੁੰਦਾ ਹੈ। ਹਾਂ, ਮੈਂ ਸਹਿਮਤ ਹਾਂ। ਮੇਰੀ ਸਭ ਤੋਂ ਪਸੰਦੀਦਾ ਉਦਾਹਰਣ ਇੱਕ ਬਹੁਤ ਹੀ ਸਧਾਰਨ ਜਿਹੀ ਦਖਲਅੰਦਾਜ਼ੀ ਦੀ ਹੈ। ਇੱਕ ਵਿਦਿਆਰਥੀ ਨੇ ਦੇਖਿਆ ਕਿ ਕਿਸਾਨਾਂ ਨੂੰ ਉਹਨਾਂ ਦੀਆਂ ਸਬਜ਼ੀਆਂ ਦਾ ਸਹੀ ਭਾਅ ਨਹੀਂ ਮਿਲ ਰਿਹਾ, ਜਦਕਿ ਸ਼ਹਿਰ ਦੇ ਰੈਸਟੋਰੈਂਟ ਉਹੀ ਸਬਜ਼ੀਆਂ ਮਹਿੰਗੇ ਭਾਅ ਖਰੀਦ ਰਹੇ ਹਨ। ਇਹ ਤਾਂ ਆਮ ਸਮੱਸਿਆ ਹੈ ਨਾ? ਹਾਂ, ਪਰ ਉਸਨੇ ਕੋਈ ਲੱਖਾਂ ਰੁਪਏ ਦੀ ਨਵੀਂ ਐਪ ਨਹੀਂ ਬਣਾਈ। ਉਸਨੇ ਸਿਰਫ ਇੱਕ WhatsApp ਗਰੁੱਪ ਬਣਾਇਆ ਜਿਸ ਵਿੱਚ ਕਿਸਾਨਾਂ ਅਤੇ ਰੈਸਟੋਰੈਂਟ ਮਾਲਕਾਂ ਨੂੰ ਜੋੜ ਦਿੱਤਾ। ਇਸ ਨਾਲ ਵਿਚੌਲੇ ਖਤਮ ਹੋ ਗਏ, ਕਿਸਾਨਾਂ ਨੂੰ ਤੁਰੰਤ ਭੁਗਤਾਨ ਮਿਲਣ ਲੱਗਾ ਅਤੇ ਰੈਸਟੋਰੈਂਟਾਂ ਨੂੰ ਤਾਜ਼ਾ ਸਬਜ਼ੀਆਂ। ਸੋਚੋ, ਸਿਰਫ ਇੱਕ ਮੌਜੂਦ ਮੁਫਤ ਐਪ ਦੀ ਕਿੰਨੀ ਸਮਾਰਟ ਵਰਤੋਂ ਕੀਤੀ ਉਸਨੇ। ਬਿਲਕੁਲ। ਜਾਂ ਫਿਰ ਆਪਾਂ ਉਸ ਦੂਜੀ ਉਦਾਹਰਣ ਨੂੰ ਦੇਖਦੇ ਹਾਂ ਜਿਸ ਨੇ ਮੈਨੂੰ ਸਭ ਤੋਂ ਵੱਧ ਹੈਰਾਨ ਕੀਤਾ। ਇੱਕ ਵਿਦਿਆਰਥੀ ਨੇ ਸਕੂਲ ਵਿੱਚ ਬੱਚਿਆਂ ਦੀ ਹਾਜ਼ਰੀ ਲਗਾਉਣ ਲਈ ਇੱਕ ਬਹੁਤ ਹੀ ਸਧਾਰਨ ਐਕਸਲ ਸ਼ੀਟ ਬਣਾਈ। ਸੱਚੀ, ਜਦੋਂ ਮੈਂ ਇਹ ਪੜ੍ਹਿਆ ਤਾਂ ਮੈਂ ਸੋਚਿਆ, ਇੱਕ ਐਕਸਲ ਸ਼ੀਟ? ਉਹ ਤਾਂ ਬਹੁਤ ਬੋਰਿੰਗ ਅਤੇ ਪੁਰਾਣੀ ਚੀਜ਼ ਲੱਗਦੀ ਏ। ਇਸ ਨਾਲ ਕੋਈ ਵੱਡਾ ਬਦਲਾਅ ਕਿਵੇਂ ਆ ਸਕਦਾ ਹੈ? ਇਹੀ ਤਾਂ ਸਭ ਤੋਂ ਦਿਲਚਸਪ ਹਿੱਸਾ ਹੈ। ਉਹ ਐਕਸਲ ਸ਼ੀਟ ਸਿਰਫ ਨਾਮ ਦਰਜ ਕਰਨ ਲਈ ਨਹੀਂ ਸੀ। ਉਸ ਵਿਦਿਆਰਥੀ ਨੇ ਉਸ ਵਿੱਚ ਕੁਝ ਕੰਡੀਸ਼ਨਲ ਫਾਰਮੈਟਿੰਗ ਲਗਾਈ ਜਿਸ ਨਾਲ ਉਹ ਸ਼ੀਟ ਇੱਕ ਡਿਜੀਟਲ ਟ੍ਰਿਪ ਵਾਇਰ ਵਜੋਂ ਕੰਮ ਕਰਨ ਲੱਗੀ। ਡਿਜੀਟਲ ਟ੍ਰਿਪ ਵਾਇਰ? ਇਸਦੇ ਕੀ ਮਤਲਬ ਹੋਇਆ? ਇਸ ਦਾ ਮਤਲਬ ਹੈ ਇੱਕ ਅਲਾਰਮ ਸਿਸਟਮ। ਜਦੋਂ ਕੋਈ ਬੱਚਾ ਲਗਾਤਾਰ 2 ਦਿਨ ਸਕੂਲ ਨਹੀਂ ਆਉਂਦਾ ਤਾਂ ਉਸ ਐਕਸਲ ਸ਼ੀਟ ਵਿੱਚ ਉਸ ਦਾ ਨਾਮ ਆਪਣੇ ਆਪ ਲਾਲ ਰੰਗ ਦਾ ਹੋ ਜਾਂਦਾ ਹੈ ਅਤੇ ਅਧਿਆਪਕ ਨੂੰ ਇੱਕ ਅਲਰਟ ਮਿਲ ਜਾਂਦਾ ਹੈ। ਅੱਛਾ, ਇਹ ਤਾਂ ਕਮਾਲ ਹੈ। ਹਾਂ, ਆਮ ਤੌਰ ਤੇ ਸਰਕਾਰੀ ਸਕੂਲਾਂ ਵਿੱਚ ਬੱਚੇ ਹਫ਼ਤਿਆਂ ਤੱਕ ਗੈਰ ਹਾਜ਼ਰ ਰਹਿੰਦੇ ਹਨ ਅਤੇ ਕਿਸੇ ਨੂੰ ਪਤਾ ਨਹੀਂ ਲੱਗਦਾ ਤੇ ਅੰਤ ਵਿੱਚ ਉਹ ਸਕੂਲ ਛੱਡ ਦਿੰਦੇ ਹਨ। ਪਰ ਇਸ ਸ਼ੀਟ ਕਾਰਨ ਅਧਿਆਪਕ ਤੁਰੰਤ ਤੀਜੇ ਦਿਨ ਉਸ ਬੱਚੇ ਦੇ ਮਾਪਿਆਂ ਨੂੰ ਫੋਨ ਕਰ ਸਕਦਾ ਹੈ ਕਿ ਬੱਚਾ ਸਕੂਲ ਕਿਉਂ ਨਹੀਂ ਆ ਰਿਹਾ। ਇਹ ਛੋਟੀ ਜੀ ਤਕਨੀਕੀ ਦਖਲਅੰਦਾਜ਼ੀ ਇੱਕ ਬੱਚੇ ਦੀ ਪੜ੍ਹਾਈ ਛੁੱਟਣ ਤੋਂ ਬਚਾ ਸਕਦੀ ਹੈ। ਇਹ ਗੱਲ ਵਾਕਈ ਸੋਚਣ ਵਾਲੀ ਹੈ। ਮੈਂ ਦੇਖਦੀ ਹਾਂ ਕਿ ਉਸ 6ਵੀਂ ਕਲਾਸ ਦੇ ਵਿਦਿਆਰਥੀ ਜਿਸ ਨੇ ਐਕਸਲ ਸ਼ੀਟ ਬਣਾਈ ਅਤੇ ਉਹਨਾਂ ਮਾਹਰਾਂ ਜਿਨ੍ਹਾਂ ਨੇ ਆਧਾਰ ਸਿਸਟਮ ਬਣਾਇਆ, ਉਹਨਾਂ ਦੀ ਸੋਚਣ ਦੀ ਪ੍ਰਕਿਰਿਆ ਵਿੱਚ ਕੋਈ ਫਰਕ ਨਹੀਂ ਹੈ। ਬਿਲਕੁਲ ਕੋਈ ਫਰਕ ਨਹੀਂ ਹੈ। ਦੋਹਾਂ ਨੇ ਇੱਕ ਕਮੀ ਨੂੰ ਦੇਖਿਆ, ਉਪਭੋਗਤਾ ਦੀ ਤਕਲੀਫ ਨੂੰ ਸਮਝਿਆ ਅਤੇ ਜੋ ਵੀ ਤਕਨੀਕ ਉਹਨਾਂ ਕੋਲ ਮੌਜੂਦ ਸੀ ਉਸ ਨਾਲ ਇੱਕ ਹੱਲ ਤਿਆਰ ਕਰ ਦਿੱਤਾ। ਸਕੇਲ ਭਾਵੇਂ ਲੱਖਾਂ ਦਾ ਹੋਵੇ ਜਾਂ 20 ਬੱਚਿਆਂ ਦਾ, ਮਾਨਸਿਕਤਾ ਇੱਕੋ ਹੀ ਹੈ। ਸਹੀ ਕਿਹਾ। ਪਰ ਜੇਕਰ ਇਹ ਸਭ ਕੁਝ ਇੰਨਾ ਹੀ ਸਰਲ ਅਤੇ ਪ੍ਰਭਾਵਸ਼ਾਲੀ ਹੈ ਤਾਂ ਇੱਕ ਵੱਡਾ ਸਵਾਲ ਇਹ ਉੱਠਦਾ ਹੈ ਕਿ ਹਰ ਕੋਈ ਅਜਿਹਾ ਕਿਉਂ ਨਹੀਂ ਕਰ ਰਿਹਾ? ਹਾਂ, ਇਹ ਸਵਾਲ ਤਾਂ ਉੱਠਦਾ ਹੈ। ਇਸ ਦਾ ਇੱਕ ਬਹੁਤ ਵੱਡਾ ਕਾਰਨ ਹੈ ਸਾਡੇ ਸਮਾਜ ਵਿੱਚ ਅਸਫਲਤਾ ਦਾ ਡਰ। ਲੋਕ ਸੋਚਦੇ ਹਨ ਕਿ ਜੇ ਮੇਰਾ ਆਈਡੀਆ ਫੇਲ ਹੋ ਗਿਆ ਤਾਂ ਲੋਕ ਕੀ ਕਹਿਣਗੇ? ਹਾਂ, ਸਾਡਾ ਵਿਦਿਅਕ ਢਾਂਚਾ ਇਹ ਅਜਿਹਾ ਹੈ ਜਿੱਥੇ ਫੇਲ ਹੋਣ ਨੂੰ ਇੱਕ ਧੱਬਾ ਮੰਨਿਆ ਜਾਂਦਾ ਹੈ। ਪਰ ਇਹ ਲੇਖ ਸਾਫ਼ ਕਰਦੇ ਹਨ ਕਿ ਤਕਨੀਕੀ ਅਤੇ ਚੇਂਜ ਮੇਕਿੰਗ ਦੀ ਦੁਨੀਆ ਵਿੱਚ ਅਸਫਲਤਾ ਦੀ ਪਰਿਭਾਸ਼ਾ ਬਿਲਕੁਲ ਵੱਖਰੀ ਹੈ। ਨਾਲ ਹੀ ਹੁਣ ਉਹ ਸਮਾਂ ਖਤਮ ਹੋ ਗਿਆ ਹੈ ਜਦੋਂ ਸੋਚਿਆ ਜਾਂਦਾ ਸੀ ਕਿ ਕੋਈ ਇਕੱਲਾ ਜੀਨੀਅਸ ਬੇਸਮੈਂਟ ਵਿੱਚ ਬੈਠ ਕੇ ਦੁਨੀਆ ਬਦਲਣ ਵਾਲੀ ਖੋਜ ਕਰੇਗਾ। ਬਿਲਕੁਲ, ਹੁਣ ਤਾਂ ਓਪਨ ਸੋਰਸ ਦਾ ਜ਼ਮਾਨਾ ਹੈ। ਹਾਂ, ਓਪਨ ਸੋਰਸ ਸੌਫਟਵੇਅਰ ਅਤੇ ਹੈਕਾਥੌਨ ਵਰਗੇ ਇਵੈਂਟਸ ਨੇ ਇਨੋਵੇਸ਼ਨ ਨੂੰ ਇੱਕ ਟੀਮ ਸਪੋਰਟ ਬਣਾ ਦਿੱਤਾ ਹੈ। ਸਹੀ ਗੱਲ ਹੈ। ਦੇਖੋ, ਹੈਕਾਥੌਨ ਵਿੱਚ ਕੀ ਹੁੰਦਾ ਹੈ? ਇੱਕ ਵਿਅਕਤੀ ਨੂੰ ਸ਼ਾਇਦ ਸਿਰਫ ਕੋਡਿੰਗ ਆਉਂਦੀ ਹੈ, ਦੂਜੇ ਨੂੰ ਡਿਜ਼ਾਈਨ ਕਰਨਾ ਆਉਂਦਾ ਹੈ ਔਰ ਤੀਜਾ ਬਹੁਤ ਵਧੀਆ ਬੁਲਾਰਾ ਹੈ ਜੋ ਆਈਡੀਆ ਪੇਸ਼ ਕਰ ਸਕਦਾ ਹੈ। ਉਹ ਤਿੰਨੋਂ ਮਿਲ ਕੇ ਵੀਕਐਂਡ ਤੇ ਇੱਕ ਟੀਮ ਬਣਾਉਂਦੇ ਹਨ ਅਤੇ ਸਮੱਸਿਆ ਹੱਲ ਕਰਦੇ ਹਨ। ਇਹ ਬਹੁਤ ਵਧੀਆ ਤਰੀਕਾ ਹੈ। ਪਰ ਫਿਰ ਵੀ ਮੰਨ ਲਓ ਕਿ ਇੱਕ ਵਿਦਿਆਰਥੀ ਬਹੁਤ ਮਿਹਨਤ ਕਰਕੇ ਸਕੂਲ ਦੇ ਕੈਫੇਟੇਰੀਆ ਵਿੱਚ ਖਾਣੇ ਦੀ ਬਰਬਾਦੀ ਰੋਕਣ ਲਈ ਕੋਈ ਐਪ ਬਣਾਉਂਦਾ ਹੈ ਅਤੇ ਜਿਸ ਦਿਨ ਉਹ ਐਪ ਲਾਂਚ ਕਰਦਾ ਹੈ ਉਹ ਕ੍ਰੈਸ਼ ਹੋ ਜਾਂਦੀ ਹੈ ਜਾਂ ਕੋਈ ਬੱਚਾ ਉਸ ਨੂੰ ਡਾਊਨਲੋਡ ਹੀ ਨਹੀਂ ਕਰਦਾ। ਆਮ ਦੁਨੀਆ ਦੀ ਨਜ਼ਰ ਵਿੱਚ ਤਾਂ ਉਹ ਵਿਦਿਆਰਥੀ ਫੇਲ ਹੋ ਗਿਆ ਨਾ। ਆਮ ਦੁਨੀਆ ਭਾਵੇਂ ਇਸ ਨੂੰ ਅਸਫਲਤਾ ਕਹੇ ਪਰ ਤਕਨੀਕੀ ਭਾਸ਼ਾ ਵਿੱਚ ਅਸਫਲਤਾ ਸਿਰਫ ਡਾਟਾ ਹੈ, ਬਸ। ਸਿਰਫ ਡਾਟਾ? ਹਾਂ, ਇੱਕ ਬਹੁਤ ਵੱਡਾ ਮਾਨਸਿਕ ਬਦਲਾਅ ਹੈ। ਜੇ ਐਪ ਕ੍ਰੈਸ਼ ਹੋਈ ਹੈ ਤਾਂ ਇਸ ਦਾ ਮਤਲਬ ਹੈ ਕਿ ਸਰਵਰ ਵਿੱਚ ਜਾਂ ਕੋਡ ਵਿੱਚ ਕੋਈ ਤਕਨੀਕੀ ਖਾਮੀ ਹੈ ਜਿਸ ਨੂੰ ਲੱਭ ਕੇ ਠੀਕ ਕਰਨਾ ਹੈ। ਜੇ ਕਿਸੇ ਨੇ ਡਾਊਨਲੋਡ ਨਹੀਂ ਕੀਤੀ ਤਾਂ ਹੋ ਸਕਦਾ ਹੈ ਕਿ ਐਪ ਦੇ ਬਟਨ ਬਹੁਤ ਛੋਟੇ ਹੋਣ ਜਾਂ ਉਸ ਦਾ ਰੰਗ ਅੱਖਾਂ ਨੂੰ ਚੁਭਦਾ ਹੋਵੇ। ਮਤਲਬ ਲੌਗਇਨ ਕਰਨਾ ਔਖਾ ਹੋ ਸਕਦਾ ਹੈ। ਬਿਲਕੁਲ। ਇਸ ਲਈ ਅਗਲੇ ਦਿਨ ਬਟਨ ਵੱਡੇ ਕਰ ਦਿਓ ਅਤੇ ਲੌਗਇਨ ਸੌਖਾ ਕਰ ਦਿਓ। ਇਹ ਅਸਫਲਤਾ ਨਹੀਂ ਸੀ, ਇਹ ਤਾਂ ਉਪਭੋਗਤਾਵਾਂ ਵੱਲੋਂ ਮਿਲਿਆ ਮੁਫਤ ਫੀਡਬੈਕ ਸੀ ਜੋ ਦੱਸ ਰਿਹਾ ਸੀ ਕਿ ਕੀ ਕੰਮ ਨਹੀਂ ਕਰਦਾ। ਇਹ ਨਜ਼ਰੀਆ ਤਾਂ ਵਾਕਈ ਕਿਸੇ ਦਾ ਵੀ ਡਰ ਖਤਮ ਕਰ ਸਕਦਾ ਹੈ ਅਤੇ ਇਸੇ ਡਰ ਨੂੰ ਖਤਮ ਕਰਨ ਲਈ ਸਰੋਤਾਂ ਵਿੱਚ ਪਰਸਨਲ ਬ੍ਰਾਂਡਿੰਗ ਦਾ ਇੱਕ ਬਿਲਕੁਲ ਨਵਾਂ ਸੰਕਲਪ ਪੇਸ਼ ਕੀਤਾ ਗਿਆ ਹੈ। ਆਮ ਤੌਰ ਤੇ ਜਦੋਂ ਅਸੀਂ ਸੋਸ਼ਲ ਮੀਡੀਆ ਤੇ ਪੋਸਟ ਪਾਉਣ ਦੀ ਗੱਲ ਕਰਦੇ ਹਾਂ ਤਾਂ ਦਿਮਾਗ ਵਿੱਚ ਇਨਫਲੂਐਂਸਰ ਬਣਨ, ਡਾਂਸ ਵੀਡੀਓ ਪਾਉਣ ਜਾਂ ਫਾਲੋਅਰਸ ਇਕੱਠੇ ਕਰਨ ਦਾ ਖਿਆਲ ਆਉਂਦਾ ਹੈ। ਹਾਂ, ਜ਼ਿਆਦਾਤਰ ਲੋਕ ਸੋਸ਼ਲ ਮੀਡੀਆ ਨੂੰ ਇਸੇ ਲਈ ਵਰਤਦੇ ਹਨ। ਪਰ ਇੱਥੇ ਲੇਖਕ ਕਹਿੰਦੇ ਹਨ ਕਿ ਲਿੰਕਡਇਨ, ਗਿਟਹਬ ਜਾਂ YouTube ਵਰਗੇ ਪਲੇਟਫਾਰਮਾਂ ਨੂੰ ਮੈਗਾਫੋਨ ਜਾਂ ਸਿਗਨਲ ਫਲੇਅਰਸ ਵਜੋਂ ਵਰਤੋ। ਇਹ ਬਹੁਤ ਮਹੱਤਵਪੂਰਨ ਪੁਆਇੰਟ ਹੈ।
ਮੰਨ ਲਓ ਤੁਹਾਡੀ ਉਹ ਕੈਫੇਟੇਰੀਆ ਵਾਲੀ ਐਪ ਕ੍ਰੈਸ਼ ਹੋ ਰਹੀ ਹੈ, ਉਸ ਬਾਰੇ ਆਨਲਾਈਨ ਲਿਖਣਾ ਕੋਈ ਸ਼ਰਮਿੰਦਗੀ ਦੀ ਗੱਲ ਨਹੀਂ ਹੈ। ਸੱਚੀ ਲੋਕ ਮਜ਼ਾਕ ਨਹੀਂ ਉਡਾਣਗੇ। ਨਹੀਂ, ਜਦੋਂ ਤੁਸੀਂ ਲਿੰਕਡਇਨ ਤੇ ਲਿਖਦੇ ਹੋ ਕਿ ਮੈਂ ਸਕੂਲ ਵਿੱਚ ਖਾਣਾ ਬਚਾਉਣ ਲਈ ਇਹ ਐਪ ਬਣਾ ਰਿਹਾ ਪਰ ਇਹ ਇਸ ਕੋਡ ਤੇ ਆ ਕੇ ਕ੍ਰੈਸ਼ ਹੋ ਜਾਂਦੀ ਹੈ, ਕੀ ਕੋਈ ਮਦਦ ਕਰ ਸਕਦਾ ਹੈ? ਤਾਂ ਇਹ ਆਸਮਾਨ ਵਿੱਚ ਇੱਕ ਰੋਸ਼ਨੀ ਦਾ ਗੋਲਾ ਯਾਨੀ ਸਿਗਨਲ ਫਲੇਅਰ ਛੱਡਣ ਵਰਗਾ ਹੈ। ਅੱਛਾ, ਮਦਦ ਮੰਗਣ ਲਈ? ਹਾਂ, ਹੋ ਸਕਦਾ ਹੈ ਦੁਨੀਆ ਦੇ ਕਿਸੇ ਹੋਰ ਕੋਨੇ ਵਿੱਚ, ਬ੍ਰਾਜ਼ੀਲ ਜਾਂ ਜਾਪਾਨ ਵਿੱਚ ਬੈਠਾ ਕੋਈ ਡਿਵੈਲਪਰ ਇਸ ਨੂੰ ਦੇਖੇ ਅਤੇ ਕਹੇ, ਅਰੇ ਮੈਨੂੰ ਪਤਾ ਹੈ ਇਸ ਨੂੰ ਕਿਵੇਂ ਠੀਕ ਕਰਨਾ ਹੈ, ਮੈਂ ਪਿਛਲੇ ਸਾਲ ਇਹ ਸਮੱਸਿਆ ਹੱਲ ਕੀਤੀ ਸੀ। ਇਸ ਤਰ੍ਹਾਂ ਤੁਸੀਂ ਅਸਲ ਵਿੱਚ ਮਦਦਗਾਰਾਂ, ਕੋਡਰਾਂ ਅਤੇ ਮੈਂਟਰਸ ਦਾ ਇੱਕ ਪੂਰਾ ਈਕੋਸਿਸਟਮ ਆਪਣੇ ਆਲੇ-ਦੁਆਲੇ ਖੜਾ ਕਰ ਲੈਂਦੇ ਹੋ। ਤੁਸੀਂ ਇਕੱਲੇ ਨਹੀਂ ਰਹਿੰਦੇ। ਵਾਹ, ਇਹ ਤਾਂ ਬਹੁਤ ਵਧੀਆ ਗੱਲ ਹੈ। ਅਤੇ ਜਦੋਂ ਕੋਈ ਇੰਨੀ ਮਿਹਨਤ ਕਰਕੇ ਕੁਝ ਬਣਾਉਂਦਾ ਹੈ ਤਾਂ ਉਸ ਪ੍ਰਕਿਰਿਆ ਵਿੱਚੋਂ ਇੱਕ ਹੋਰ ਡੂੰਘਾ ਸੰਕਲਪ ਜਨਮ ਲੈਂਦਾ ਹੈ ਜਿਸ ਨੂੰ ਸਰੋਤਾਂ ਵਿੱਚ ਲੈਗੇਸੀ ਥਿੰਕਿੰਗ ਕਿਹਾ ਗਿਆ ਹੈ। ਲੈਗੇਸੀ ਥਿੰਕਿੰਗ, ਇਹ ਸੁਣਨ ਵਿੱਚ ਥੋੜਾ ਭਾਰਾ ਲੱਗਦਾ ਹੈ। ਪਰ ਇਸ ਦਾ ਸਿੱਧਾ ਜਿਹਾ ਮਤਲਬ ਹੈ ਕਿ ਆਪਣੇ ਪਿੱਛੇ ਕੁਝ ਅਜਿਹਾ ਛੱਡ ਕੇ ਜਾਣਾ ਜੋ ਤੁਹਾਡੇ ਜਾਣ ਤੋਂ ਬਾਅਦ ਵੀ ਚੱਲਦਾ ਰਹੇ। ਜਿਵੇਂ ਕਿ ਉਹ ਸਕੂਲ ਦੀ ਹਾਜ਼ਰੀ ਵਾਲੀ ਐਕਸਲ ਸ਼ੀਟ। ਜਦੋਂ ਉਹ 6ਵੀਂ ਕਲਾਸ ਦਾ ਬੱਚਾ 12ਵੀਂ ਕਰਕੇ ਸਕੂਲੋਂ ਚਲਾ ਜਾਵੇਗਾ, ਉਹ ਐਕਸਲ ਸ਼ੀਟ ਫਿਰ ਵੀ ਉੱਥੇ ਰਹੇਗੀ। ਹਾਂ ਬਿਲਕੁਲ, ਅਤੇ ਆਉਣ ਵਾਲੇ ਕਈ ਸਾਲਾਂ ਤੱਕ ਨਵੇਂ ਬੱਚਿਆਂ ਨੂੰ ਸਕੂਲ ਛੱਡਣ ਤੋਂ ਬਚਾਉਂਦੀ ਰਹੇਗੀ। ਉਹ ਹੀ ਨਾ, ਇਹ ਉਸ ਦੀ ਲੈਗੇਸੀ ਹੈ, ਉਸ ਦੀ ਵਿਰਾਸਤ ਹੈ। ਮੈਂ ਸੋਚਦਾ ਹਾਂ ਕਿ ਲੈਗੇਸੀ ਥਿੰਕਿੰਗ ਅਸਲ ਵਿੱਚ ਚੇਂਜ ਮੇਕਿੰਗ ਦਾ ਸਿਖਰ ਹੈ। ਇਹ ਸਾਬਿਤ ਕਰਦਾ ਹੈ ਕਿ ਤੁਹਾਡਾ ਬਣਾਇਆ ਹੱਲ ਤੁਹਾਡੀ ਹੋਂਦ ਤੇ ਨਿਰਭਰ ਨਹੀਂ ਹੈ, ਸਗੋਂ ਇਹ ਆਪਣੇ ਆਪ ਵਿੱਚ ਇੱਕ ਟਿਕਾਊ ਸਿਸਟਮ ਬਣ ਚੁੱਕਾ ਹੈ। ਇਹ ਸਾਰੀ ਚਰਚਾ ਸਾਡੇ ਦਿਮਾਗ ਦੇ ਬੰਦ ਦਰਵਾਜ਼ੇ ਖੋਲਣ ਵਾਲੀ ਹੈ। ਜੇ ਆਪਾਂ ਅੱਜ ਦੀ ਇਸ ਪੂਰੀ ਖੋਜ ਦਾ ਨਿਚੋੜ ਕੱਢੀਏ ਤਾਂ ਗੱਲ ਇੱਥੇ ਆ ਕੇ ਮੁੱਕਦੀ ਹੈ ਕਿ ਚੇਂਜ ਮੇਕਰਸ ਆਸਮਾਨ ਤੋਂ ਨਹੀਂ ਉਤਰਦੇ, ਉਹ ਜਨਮ ਤੋਂ ਮਹਾਨ ਨਹੀਂ ਹੁੰਦੇ, ਉਹ ਰੋਜ਼ਾਨਾ ਦੀਆਂ ਚੋਣਾਂ ਰਾਹੀਂ ਬਣਦੇ ਹਨ। ਬਿਲਕੁਲ, ਸਮੱਸਿਆ ਨੂੰ ਅਣਡਿੱਠ ਕਰਨ ਦੀ ਬਜਾਏ ਉਸ ਨੂੰ ਹੱਲ ਕਰਨ ਦੀ ਚੋਣ। ਹਾਂ, ਟੈਕਨੋਲੋਜੀ ਸਿਰਫ ਇੱਕ ਮਲਟੀਪਲਾਇਰ ਹੈ ਜੋ ਉਹਨਾਂ ਦੇ ਇਰਾਦਿਆਂ ਨੂੰ ਤਾਕਤ ਦਿੰਦੀ ਹੈ। ਐਂਟਰਪ੍ਰੀਨਿਓਰਸ਼ਿਪ ਉਹ ਵਾਹਨ ਹੈ ਜਿਸ ਤੇ ਬੈਠ ਕੇ ਉਹ ਸਫ਼ਰ ਕਰਦੇ ਹਨ, ਅਤੇ ਟਿੰਕਰਪ੍ਰਨੋਰ ਵਰਗੇ ਪ੍ਰੋਗਰਾਮ ਉਹ ਜਿਮ ਹਨ ਜਿੱਥੇ ਉਹ ਗਿਰ ਕੇ, ਗੋਡੇ ਛਿਲ ਕੇ ਆਪਣੇ ਹੁਨਰ ਤਰਾਸ਼ਦੇ ਹਨ। ਸਹੀ ਕਿਹਾ। ਅਤੇ ਇਹ ਗਿਆਨ ਕਿਸੇ ਖਾਸ ਵਰਗ ਲਈ ਨਹੀਂ ਹੈ, ਇਹ ਹਰ ਉਸ ਇਨਸਾਨ ਲਈ ਹੈ ਜੋ ਸਿਰਫ ਸ਼ਿਕਾਇਤਾਂ ਕਰਨ ਵਾਲਾ ਨਹੀਂ ਬਣਨਾ ਚਾਹੁੰਦਾ। ਇਹ ਇਸ ਗੱਲ ਦਾ ਅਹਿਸਾਸ ਹੈ ਕਿ ਅਸੀਂ ਸਿਰਫ ਹੋਰਾਂ ਦੀਆਂ ਬਣਾਈਆਂ ਚੀਜ਼ਾਂ ਦੇ ਖਪਤਕਾਰ ਨਹੀਂ ਹਾਂ, ਸਾਡੇ ਅੰਦਰ ਸਿਰਜਣਹਾਰ ਬਣਨ ਦੀ ਪੂਰੀ ਸਮਰੱਥਾ ਹੈ। ਪਰ ਇਸ ਤੋਂ ਪਹਿਲਾਂ ਕਿ ਅਸੀਂ ਅੱਜ ਦੀ ਚਰਚਾ ਖਤਮ ਕਰੀਏ, ਮੈਨੂੰ ਲੱਗਦਾ ਹੈ ਸਾਡੇ ਸਰੋਤਾਂ ਦੀ ਰੋਸ਼ਨੀ ਵਿੱਚ ਕੁਝ ਅਜਿਹਾ ਜ਼ਰੂਰ ਹੋਣਾ ਚਾਹੀਦਾ ਜੋ ਸਾਨੂੰ ਆਉਣ ਵਾਲੇ ਕੱਲ੍ਹ ਬਾਰੇ ਸੋਚਣ ਲਈ ਮਜਬੂਰ ਕਰੇ। ਟੈਕਨੋਲੋਜੀ ਜਿਸ ਰਫ਼ਤਾਰ ਨਾਲ ਬਦਲ ਰਹੀ ਹੈ, ਉਸ ਨੂੰ ਦੇਖ ਕੇ ਤੁਹਾਨੂੰ ਕੀ ਲੱਗਦਾ ਹੈ? ਜਿਵੇਂ-ਜਿਵੇਂ ਅਸੀਂ ਭਵਿੱਖ ਵੱਲ ਵਧ ਰਹੇ ਹਾਂ, ਮੈਂ ਇੱਕ ਡੂੰਘਾ ਸਵਾਲ ਛੱਡਣਾ ਚਾਹਾਂਗਾ। ਅੱਜ ਅਸੀਂ AI ਦੀ ਵਰਤੋਂ ਪੁਰਾਣੇ ਡਾਟਾ ਨੂੰ ਸਮਝਣ ਲਈ ਕਰ ਰਹੇ ਹਾਂ, ਹੈ ਨਾ? ਹਾਂ, ਜ਼ਿਆਦਾਤਰ ਇਹੀ ਹੋ ਰਿਹਾ ਹੈ। ਪਰ ਜਦੋਂ AI ਸਾਡਾ ਹੋਰ ਵੀ ਮਜ਼ਬੂਤ ਪਾਈਵਾਲ ਬਣ ਜਾਵੇਗੀ, ਤਾਂ ਕੀ ਭਵਿੱਖ ਦੇ ਨੌਜਵਾਨ ਚੇਂਜ ਮੇਕਰਸ ਇਹਨਾਂ ਟੂਲਸ ਦੀ ਵਰਤੋਂ ਕਰਕੇ ਸਮੱਸਿਆਵਾਂ ਪੈਦਾ ਹੋਣ ਤੋਂ ਪਹਿਲਾਂ ਹੀ ਉਹਨਾਂ ਦੀ ਭਵਿੱਖਬਾਣੀ ਕਰ ਸਕਣਗੇ? ਕੀ ਅਸੀਂ ਬਿਮਾਰੀ ਲੱਗਣ ਤੋਂ ਪਹਿਲਾਂ ਇਲਾਜ ਲੱਭਣ ਵਾਲੇ ਦੌਰ ਵਿੱਚ ਦਾਖਲ ਹੋਵਾਂਗੇ? ਇੱਕ ਅਜਿਹੀ ਸੰਭਾਵਨਾ ਹੈ ਜਿਸ ਦੀ ਅਜੇ ਪੂਰੀ ਤਰ੍ਹਾਂ ਖੋਜ ਹੋਣੀ ਬਾਕੀ ਹੈ, ਪਰ ਇਹ ਬਹੁਤ ਰੋਮਾਂਚਕ ਹੈ। ਇਹ ਸੱਚਮੁੱਚ ਕ੍ਰਾਂਤੀਕਾਰੀ ਸੋਚ ਹੈ। ਅਤੇ ਜਿਵੇਂ ਕਿ ਅਸੀਂ ਸ਼ੁਰੂ ਵਿੱਚ ਗੱਲ ਕੀਤੀ ਸੀ, ਕਿਸੇ ਨੂੰ ਵੀ ਦੁਨੀਆ ਬਦਲਣ ਲਈ ਅਰਬਪਤੀ ਹੋਣ ਦੀ ਕੋਈ ਲੋੜ ਨਹੀਂ ਹੈ। ਤੁਹਾਡੀ ਜੇਬ ਵਿੱਚ ਪਿਆ ਉਹ ਆਮ ਜਿਹਾ ਸਮਾਰਟਫੋਨ ਹੀ ਤੁਹਾਡੀ ਸਭ ਤੋਂ ਵੱਡੀ ਲੈਬੋਰੇਟਰੀ ਹੈ। ਬਿਲਕੁਲ, ਸ਼ੁਰੂਆਤ ਉੱਥੋਂ ਹੀ ਹੁੰਦੀ ਹੈ। ਤਾਂ ਆਪਣੇ ਆਲੇ-ਦੁਆਲੇ ਦੇਖੋ, ਤੁਹਾਡੇ ਪਿੰਡ, ਤੁਹਾਡੇ ਸ਼ਹਿਰ ਜਾਂ ਤੁਹਾਡੇ ਸਕੂਲ ਵਿੱਚ ਅਜਿਹੀ ਕਿਹੜੀ ਛੋਟੀ ਜਿਹੀ ਸਮੱਸਿਆ ਹੈ ਜਿਸ ਨੂੰ ਸਾਰੇ ਅਣਡਿੱਠ ਕਰ ਰਹੇ ਹਨ? ਜੇਕਰ ਅੱਜ ਤੁਹਾਨੂੰ ਪੱਕਾ ਪਤਾ ਹੋਵੇ ਕਿ ਤੁਹਾਡਾ